हाँ जी, सत श्री अकाल बच्चों सारिਆਂ ਨੂੰ। सो बहुत ही इंपॉर्टेंट सीरीज ਆਪਾਂ ਤੁਹਾਡੇ ਲਈ स्टार्ट की हुई है सुपर डुपर, ਜਿਹਦੀ ਫਿਰ ਅੱਜ ਆਪਾਂ क्लास नंबर 29 स्टार्ट ਕਰਨ ਜਾ ਰਹੇ ਹਾਂ। सो ਕਹਿਣ ਦਾ मतलब ਕੀ ਹੈ ਵੀ ਲਗਭਗ ਆਪਾਂ ਹੁਣ 300 ਸਵਾਲ ਦੇ ਨੇੜੇ ਪਹੁੰਚਣ ਜਾ ਰਹੇ ਹਾਂ। 300 ਕੁਐਸਚਨ ਕੁਆਲਿਟੀ ਵਾਲਾ ਕੁਐਸਚਨ ਹੈ ਜਿਹਨੂੰ ਆਪਾਂ 3000 ਦੇ ਬਰਾਬਰ ਰੱਖ ਸਕਦੇ ਹਾਂ। ਸੋ ਇੱਕ ਆਪਾਂ ਚੰਗੀ ਕਿਤਾਬ ਜੇ ਮਾਰਕੀਟ ਚੋਂ ਲੈਣੇ ਆ, ਸਮਝ ਲਓ ਆਪਾਂ ਇੱਕ ਕਿਤਾਬ ਅੱਜ ਲਗਭਗ ਪੂਰੀ ਸੋਲਵ ਕਰ ਦਿੱਤੀ ਹੈ ਤੇ ਸਾਰੇ ਐਗਜ਼ਾਮੀਨੇਸ਼ਨ ਪੁਆਇੰਟ ਆਫ व्यू ਅੱਜ ਹੀ ਬੱਚੇ ਬਹੁਤ ਪੁੱਛ ਰਹੇ ਆ ਵੀ ਸਾਡਾ ਹਾਈ ਕੋਰਟ ਦਾ ਪੇਪਰ ਹੈ ਸਰ ਜੀ, ਉਹਦੇ ਵਾਸਤੇ ਅਸੀਂ ਅਲੱਗ ਕੀ ਕਰੀਏ। ਅਲੱਗ ਕੁਝ ਨਹੀਂ ਹੁੰਦਾ ਬੱਚੋ, ਸਾਰਾ ਕੁਝ ਇਹਦੇ ਵਿੱਚੋਂ ਹੀ ਆਵੇਗਾ। ਜੀਕੇ मतलब ਹੁੰਦਾ ਹੈ ਜੀਕੇ, ਪੋਲਿਟੀ मतलब ਪੋਲਿਟੀ ਹੈ, ਹਿਸਟਰੀ ਹੈ, ਸਟੈਟਿਕ ਹੈ, अपनी ਜਿਹਨੂੰ ਆਪਾਂ ਜਨਰਲ ਅਵੇਅਰਨੈਸ कहते हैं, करंट अफेयर है। सारे पोर्शन सारे पेपरों वास्ते सेम ही होंगे है। सो ये सीरीज हर एक एग्जाम के लिए है, चाहे तुसी वीडियो देना है, चाहे तुसी अगे जाके एक्साइज इंस्पैक्टर देना है, चाहे तुसी उदू अगे जाके सीनियर असिस्टेंट देना है, चाहे सब तो पहला सुपरवाइजर वाला देना है, चाहे विचाले जाके तुसी हाई कोर्ट वाला देना है। जेड़ा मर्जी पेपर दे लियो, पढ़ के जा सकते हो। ये सीरीज तुहाडे लई फायदेमंद है। दूजी गल, जे तुसी कंप्लीट तौर पे कंटेंट कवर करना है, चाहे तुसी एग्जाम फ्यूचर च अपना असिस्टेंट का देना है, आ तां पिछले एग्जाम हुण आ ही गया एक्साइज, इन्हां तिन्नां दे लई तां मैं कहना भी तुसी अज तो ही बहुत बच्चे पूछते हैं कि सर जी हुण बैच ज्वाइन करदे हैं की फायदा होवेगा। बैच ज्वाइन करन दा फायदा ही तुहानूं ऑनलाइन है। तुसीं बार-बार पुछदे हो ऑनलाइन ऑफलाइन, जे सानूं मान लो डेली 200 कॉल्स आउंदियां तां हले भी बच्चों 50 स्टूडेंट ये पुछदे हैं ऑफलाइन बैच कदों स्टार्ट होना है। ਜਿਹੜੇ ਬੱਚੇ ਆਫਲਾਈਨ ਬੈਚ ਆਪਾਂ ਸਟਾਰਟ ਕੀਤੇ ਹੋਏ ਉਹਨੂੰ ਪੁੱਛ ਕੇ ਦੇਖੋ 5 ਮਹੀਨੇ ਤੱਕ ਆਪਣਾ ਸਿਲੇਬਸ ਚੱਲਦਾ ਹੁੰਦਾ ਤਾਂ 5 ਮਹੀਨੇ ਆਪਣੇ ਕੋਲ ਕਿਸੇ ਵੀ ਹਾਲਤ ਵਿੱਚ ਨਹੀਂ ਹੋਣੇ ਤਾਂ ਤੁਹਾਡੀ ਸਾਨੂੰ ਆਬਵੀਅਸ ਹੈ ਫਰਜ਼ ਬਣਦਾ ਹੈ, ਟੀਚਰ ਦਾ ਫਰਜ਼ ਬਣਦਾ ਤੁਹਾਨੂੰ ਅਸੀਂ ਸਹੀ ਰਿਕਮੈਂਡੇਸ਼ਨ ਦੇਗੀ। ਤਾਂ ਅਸੀਂ ਤਾਂ ਕਹਿ ਰਹੇ ਹਾਂ ਵੀ ਆਨਲਾਈਨ ਪਲੇਟਫਾਰਮ ਚੂਜ਼ ਕਰੋ, ਕਿਸੇ ਵੀ ਅਕੈਡਮੀ ਦਾ ਕਰੋ, ਕਿਤੇ ਵੀ ਬੰਦੇ ਕੋਲੋਂ, ਬੇਸ਼ੱਕ ਦੀ ਆਪਦੇ ਪਿੰਡ ਦੇ ਕਿਸੇ ਟੀਚਰ ਤੋਂ ਪੜੋ। ਯਾਰ ਮੈਂ ਕਹਿੰਦਾ ਆਨਲਾइन पढ़ो, फजूल खर्चा ना करो, बाहर अंदर के चक्कर ना कुंडा कराओ। ये चीज़ां तुहानूं अगे महीने बाद भुगतनियां पै सकदियां। ये गल्लां महीने बाद पता लगूगा जो पेपर सिर ते आ गया तो कहों कुछ कराया तो है नहीं, पेपर आ भी गया थोड़ी, फिर ये आपदी ये वर्डिंग होनी है। ਇਹਦਾ ਫਾਇਦਾ ਇਹ ਹੁੰਦਾ ਸਾਰਾ ਕੰਟੈਂਟ ਇਕੱਠਾ ਅਨਲੌਕ ਹੋ ਜਾਊਗਾ, ਪ੍ਰੋਪਰ ਫੋਲਡਰ ਬਣੇ ਹੋਣਗੇ, ਕਦੋਂ ਮਰਜ਼ੀ ਜੁਆਇਨ ਕਰੋ, ਨਾਲ ਦੀ ਨਾਲ ਕੌਨਫੀਡੈਂਸ ਦੇਖਿਓ 2 ਦਿਨਾਂ ਚ ਐਂ ਲੱਗੂਗਾ ਵੀ ਇਹ ਤਾਂ ਗੱਲ ਹੀ ਕੁਛ ਨਹੀਂ ਸੀ ਯਾਰ, ਵੀ ਬਾਹਲਾ ਉੱਲੇ ਚ ਰਹਿ ਗਏ ਆਪਾਂ। ਇਹ ਤਾਂ ਕੰਮ ਹੀ ਬਹੁਤ ਸਿੰਪਲ ਹੈ ਤੇ ਬਹੁਤ ਸਰਲ ਹੈ। ਤਾਂ ਮੈਂ ਕਹਿ ਰਿਹਾ ਇੱਕ ਵਾਰ ਜ਼ਰੂਰ ਇਸ ਕੰਟੈਂਟ ਦੇ ਵਿੱਚ ਆਪਦੇ ਆਪ ਨੂੰ ਪਰਖੋ। ਜੇਕਰ ਤੁਸੀਂ ਪਹਿਲਾਂ ਕੋਈ ਤਿਆਰੀ ਹੋਰ ਵੀ ਕਰ ਰਹੇ ਹੋ, ਅਸੀਂ ਤਾਂ ਫਿਰ ਵੀ ਰਿਕਮੈਂਡ ਕਰਦੇ ਹਾਂ ਵੀ ਫੀਲ ਦਾ ਡਿਫरेंस। ਤੁਹਾਨੂੰ ਪਤਾ ਲੱਗੂਗਾ ਵੀ ਮੌਕ ਟੈਸਟ ਹੈ, ਪ੍ਰੈਕਟਿਸ ਸੈਸ਼ਨ ਹੈ, ਇਕੋਨਮੀ एनवायरनमेंट जो भी सैक्शन है पूरा टॉप क्लास तरीके ਨਾਲ करवाया जाऊगा, चल भी रहा है। हाँ बहुत बच्चे पूछ रहे हैं भी सर जी सूफीज़म ਦੀਆਂ ਕਲਾਸਾਂ ਕਿੱਥੇ ਚੱਲ ਰਹੀਆਂ ਦੇ ਵਿੱਚ। ਬੱਚੋ सूफीज़म ਆਪਣਾ ਟੌਪਿਕ ਹੁੰਦਾ ਪੰਜਾਬ ਜੀਕੇ ਦਾ। ਪੰਜਾਬ ਜੀਕੇ ਦਾ ਫੋਲਡਰ ਚੈੱਕ ਕਰੋ, ਪੰਜਾਬ ਜੀਕੇ ਦਾ। ਅੱਜ ਤੁਸੀਂ ਹਜ਼ਾਰਾਂ ਮੈਸੇਜ ਕਰਤਾ सूफीज़म ਦੀ ਕਲਾਸ ਕਿੱਥੇ ਹੈ, ਕਿੱਥੇ ਹੈ, ਕਿੱਥੇ ਹੈ, ਪੰਜਾਬ ਜੀਕੇ ਦੇ ਫੋਲਡਰ ਦੇ ਵਿੱਚ ਹੈ। ਇੱਕ ਬੱਚੇ ਬਹੁਤ ਪੁੱਛਦੇ ਸਰ ਜੀ ਸਾਰੀ ਸਪੋਰਟਸ ਪੂਰੀ ਕਰਤੀ, ਸਾਨੂੰ ਤਾਂ ਮਿਲੀ ਹੋਈ ਨਹੀਂ। ਐਂ ਖਿੱਚ ਢਾਉਣੇ ਤੁਸੀਂ, ਸਪੋਰਟਸ ਦੀਆਂ 18 ਕਲਾਸਾਂ ਹੋ ਗਈਆਂ, ਤੁਹਾਨੂੰ ਮਿਲੀਆਂ ਹੀ ਨਹੀਂ। ਇਹ ਕਲਾਸਾਂ ਬੱਚੋ ਆਪਣਾ ਜਨਰਲ ਅਵੇਅਰਨੈਸ ਦਾ ਸੈਕਸ਼ਨ ਬਣਿਆ ਹੋਊਗਾ, जनरल अवेयरनैस का सैक्शन बनया होगा, ਉਹਦੇ ਵਿੱਚ ਆਪਣਾ ਸਪੋਰਟਸ ਸੈਕਸ਼ਨ ਹੈ। ਆ ਕਲਾਸਾਂ ਆਪਣੀਆਂ ਪੰਜਾਬ ਜੀਕੇ ਦੇ ਵਿੱਚ ਹੈ, ਠੀਕ ਹੈ ਨਾ। ਕੋਈ ਹੋਰ ਵੀ ਡਾਊਟ ਹੈ ਤਾਂ ਨੀਚੇ ਤੁਸੀਂ ਇਸੇ ਵੀਡੀਓ ਨੀਚੇ ਕਮੈਂਟ ਕਰ ਦਿਓ, ਮੈਂ ਸ਼ਾਮ ਨੂੰ ਰੀਡ ਆਊਟ ਕਰਕੇ ਤੁਹਾਨੂੰ ਉੱਥੇ ਰਿਪਲਾਈ ਕਰ ਦੂੰਗਾ, ਠੀਕ ਹੈ ਨਾ। ਚਲੋ ਫਿਰ ਜਿਨ੍ਹਾਂ ਬੱਚਿਆਂ ਨੇ ਹਜੇ ਤੱਕ ਆਪਣੀ ਐਪ ਹੀ ਡਾਊਨਲੋਡ ਨਹੀਂ ਕੀਤੀ ਉਹ ਤਾਂ ਫਿਰ ਟੰਬੇ ਭਾਲਦੇ ਸਮਝ ਲਓ। ਤੇ ਕੁੱਲ ਮਿਲਾ ਕੇ ਬੱਚੋ ਆ ਆਪਣੀ ਐਪ ਹੈ ਰੁਪਿੰਦਰ ਸਿੱਧੂ ਅਕੈਡਮੀ ਐਪ, ਨੰਬਰ ਫਿਲ ਕਰਕੇ ਲੌਗਇਨ ਕਰਿਓ। ਜੇ ਨਾ ਕੁਝ ਪਤਾ ਲੱਗੇ ਫਿਰ ਆਹ ਨੰਬਰ ਲਾ ਲਿਓ, ਬਸ 2 ਗੱਲਾਂ ਹੀ ਹੈ। ਜਾਂ ਤਾਂ ਨੰਬਰ ਭਰ ਕੇ ਆਪਦੀ ਐਪ ਖੋਲ लो, नहीं फिर आ नंबर ला लो, चक्कर वाली गल नहीं यार, बैठे हैं। चलो फिर हम शुरू करने जा रहे हैं देवी और सज्जनों, पेश करने जा रहे हैं पहला सवाल। ये रहा आपकी बड़ी स्क्रीन पे, कहते कौन है ऑथर, ऑथर कौन है। तो पहला सवाल ही बच्चों फिर अपना लिटरेचर का आ गया, पहला सवाल ही लिटरेचर का आ गया। कहते सिटीजन ते सोसाइटी ये किहदी किताब है, ते ਇਹੋ ਜਿਹੇ ਬੰਦੇ ਦੀ ਕਿਤਾਬ ਹੈ ਜਿਨ੍ਹਾਂ ਦਾ ਜ਼ਿਕਰ ਆਪਾਂ ਬਹੁਤ ਜ਼ਿੰਦਗੀ 'ਚ ਘੱਟ ਕੀਤਾ ਹੈ। ਪਿੱਛੇ ਸੁਪਰ ਡੁਪਰ ਦੀਆਂ ਕਲਾਸਾਂ ਵਿੱਚ ਜਾਂ ਆਪਣੇ ਕੋਰਸਾਂ ਦੇ ਵਿੱਚ ਆਪਾਂ ਪ੍ਰੈਜ਼ੀਡੈਂਟ ਦਾ ਬੜਾ ਗਾਹ ਪਾਉਣੇ ਆ। ਪਹਿਲੇ ਪ੍ਰੈਜ਼ੀਡੈਂਟ ਤੋਂ ਲੈ ਕੇ ਹੁਣ ਤੱਕ ਦੇ ਮੈਂ ਕਹਿੰਦਾ ਆਪਾਂ ਛੱਡੇ ਹੀ ਕੁਛ ਨਹੀਂ, ਸਾਰੇ ਆਪਾਂ ਰਟੀ ਬੈਠੇ ਆ, ਸਾਰਿਆਂ ਦੇ ਫੈਕਟ ਆਪਾਂ ਰਟੀ ਬੈਠੇ ਆ। ਬਟ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਵਾਈਸ ਪ੍ਰੈਜ਼ੀਡੈਂਟ ਦੀ, ਜਿਹਦਾ ਮੈਂ ਕਹਿੰਦਾ ਕੋਈ दूर दूर तक ਆਪਾਂ ਕਿਤੇ ਜ਼ਿਕਰ ਨਹੀਂ ਕੀਤਾ ਹੋਣਾ। ਲੈ ਫਿਰ ਅੱਜ ਕਰ ਲੈਂਦੇ ਹਾਂ, ਬਿਕੋਜ਼ ਇਹ ਕਿਤਾਬ ਬੱਚੋ ਆਪਣੇ ਹਾਮਿਦ ਅੰਸਾਰੀ ਸਾਹਿਬ ਦੀ ਹੈ। ਤੇ ਹਾਮਿਦ ਅੰਸਾਰੀ ਸਾਹਿਬ ਆਪਣੇ ਕੀ ਰਹੇ ਹੈ, ਇਹ ਆਪਣੇ ਵਾਈਸ ਪ੍ਰੈਜ਼ੀਡੈਂਟ ਰਹੇ ਹੈ। ਇਹ ਵਾਈਸ ਪ੍ਰੈਜ਼ੀਡੈਂਟ ਰਹੇ ਆਪਣੇ 12ਵੇਂ, ਇਹ 12ਵੇਂ ਵਾਈਸ ਪ੍ਰੈਜ਼ੀਡੈਂਟ ਰਹੇ ਬੱਚੋ। ਤੇ ਕਮਾਲ ਕੀ ਹੈ, ਰਹੇ ਵੀ ਲਗਾਤਾਰ 2 ਵਾਰੀ है।
ਤੇ 2007 ਤੋਂ 12, ਫਿਰ 12 ਤੋਂ 17, ਫਿਰ 17 ਤੋਂ 22 ਕੌਣ ਬਣੇ ਸੀ ਆਪਣੇ ਵੈਂਕਈਆ ਨਾਇਡੂ ਸਾਹਿਬ। ਤੇ ਅੱਜ ਆਪਣੇ ਕੌਣ 14ਵੇਂ ਵਾਈਸ ਪ੍ਰੈਜ਼ੀਡੈਂਟ। ਯਾਦ ਰੱਖਿਓ, ਬਹੁਤ ਬੱਚਿਆਂ ਨੂੰ ਇਹ ਨਹੀਂ ਪਤਾ ਹੋਣਾ ਵੀ ਅੱਜ ਵਾਈਸ ਪ੍ਰੈਜ਼ੀਡੈਂਟ ਆਪਣਾ ਕਿੰਨਵਾਂ 14th ਹੈ, ਜਗਦੀਪ ਸਾਹਿਬ। ਇਹ ਤਾਂ ਲੱਗਦਾ ਵੀ ਆਪਣੇ ਪਿੰਡ ਦਾ ਦੋਸਤ ਹੀ ਹੁੰਦਾ, ਜਗਦੀਪ ਸਿਉਂ ਬਣ ਗਿਆ। ਸੋ ਜਗਦੀਪ ਸਿਉਂ ਆਪਣਾ ਕੀ ਹੈ ਬੱਚੋ, ਅੱਜ ਵਾਈਸ ਪ੍ਰੈਜ਼ੀਡੈਂਟ ਹੈ। ਤੇ ਹਮੀਦ ਅੰਸਾਰੀ ਸਾਹਿਬ, ਇਹ ਯਾਦ ਰੱਖਿਓ, ਇਹ ਇਕਲੌਤੇ ਨਹੀਂ ਹੈਗੇ ਜਿਹੜੇ ਵਾਈਸ ਪ੍ਰੈਜ਼ੀਡੈਂਟ 2 ਵਾਰ ਬਣੇ ਹੈ। ਜਿਹੜਾ ਬੱਚਾ ਆਪਣੇ ਮੁਲਕ ਦਾ ਪਹਿਲਾ ਵਾਈਸ ਪ੍ਰੈਜ਼ੀਡੈਂਟ ਹੈ ਡਾਕਟਰ ਐਸ ਰਾਧਾ ਕ੍ਰਿਸ਼ਨਨ, ਇਹ ਵੀ ਯਾਦ ਰੱਖ ਲਿਓ। ਅੱਜ ਤੱਕ ਆਪਣੇ ਮੁਲਕ ਦੇ ਵਿੱਚ 2 ਵਾਈਸ ਪ੍ਰੈਜ਼ੀਡੈਂਟ ਆ ਬੱਚੋ ਜਿਹੜੇ 2 ਵਾਰ ਬਣੇ ਹੈ। ਇਹ ਸਟਾਰਟਿੰਗ ਦੇ ਵਿੱਚ ਹੀ ਹੈ 1952 ਤੋਂ ਲੈ ਕੇ 1962 ਤੱਕ, ਇਹ ਵੀ 2 ਵਾਰ ਬਣੇ ਹੈ। ਤੇ ਹਮੀਦ ਅੰਸਾਰੀ ਸਾਹਿਬ ਵੀ 2 ਵਾਰ ਬਣੇ ਹੈ। ਤੇ ਪ੍ਰਣਬ ਮੁਖਰਜੀ ਤੁਹਾਨੂੰ ਪਤਾ ਹੀ ਹੈ, ਇਹ ਆਪਣੇ ਮੁਲਕ ਦੇ ਭਾਈ ਰਾਸ਼ਟਰਪਤੀ ਰਹੇ ਹੈ। ਆਪਣੇ ਜਿਵੇਂ ਅੱਜ ਦ੍ਰੌਪਦੀ ਮੁਰਮੂ ਹੈ, ਇਹ ਉਦੋਂ ਪਹਿਲਾਂ ਸੀ। ਹੁਣ ਆਪੇ ਦੱਸੋ ਕਿੰਨੇ ਹੋਣਗੇ, ਵੀ 13ਵੇਂ ਕਿ 14ਵੇਂ। ਰਾਮਨਾਥ ਕੋਵਿੰਦ 14ਵਾਂ, ਪ੍ਰਣਬ ਮੁਖਰਜੀ 13ਵਾਂ। ਸਾਰਾ ਕੁਝ ਆਪਾਂ ਬਹੁਤ ਵਾਰ ਹੀ ਰਿਪੀਟ ਕੀਤਾ ਹੋਇਆ ਹੈ। ਸੋ ਇਹ ਪੁਆਇੰਟ ਆਪਾਂ ਯਾਦ ਰੱਖਣੇ ਆ। ਰਹੀ ਗੱਲ ਆਪਣੀ ਨੰਦਨ ਨੀਲਕਨੀ ਸਾਹਿਬ, ਇਹ ਇਨਫੋਸਿਸ ਦੇ ਨਾਲ ਬੱਚੋ ਰਿਲੇਟਡ ਆ, ਬਹੁਤ ਤਕੜੀ ਕੰਪਨੀ ਆਪਣੇ ਮੁਲਕ ਦੀ। ਇਹਨੇ ਖਾਸ ਗੱਲ ਪਤਾ ਕੀ ਹੈ, ਇਹ ਚੇਅਰਮੈਨ ਹੈ। ਅਸਲ ਦੇ ਵਿੱਚ ਚੇਅਰਮੈਨ ਉਸ ਚੀਜ਼ ਰਹੇ ਹੈ ਜਿਹਨੂੰ ਲੈ ਕੇ ਅੱਜ ਆਪਣੀਆਂ ਪੰਜਾਬ ਦੀਆਂ ਵੂਮੈਨਸ ਉਸ ਡਾਕੂਮੈਂਟ ਨੂੰ ਐ ਦਿਲ ਨਾਲ ਲਾ ਕੇ ਚੱਲਦੀਆਂ। ਸਮਝੀ ਹੁਣ ਕਿਹੜਾ ਆਧਾਰ ਕਾਰਡ, ਇਹ ਆਧਾਰ ਕਾਰਡ ਵਾਲੇ ਬੰਦੇ ਹੈ। ਆਧਾਰ ਕਾਰਡ ਦਾ ਜਿਹੜਾ ਸਾਰਾ ਡਾਟਾ ਬੱਚੋ ਕਲੈਕਟ ਕੌਣ ਕਰਦੀ ਹੁੰਦੀ ਹੈ, ਇੱਕ ਬੋਡੀ ਹੈ UIDAI, ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ। ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਇਹੀ ਅਥਾਰਟੀ ਹੈ ਜਿਹੜਾ ਆਪਣਾ ਆਧਾਰ ਨੰਬਰ ਜਿਹਦੇ ਕੋਲੇ ਆਪਣਾ ਦਰਜ ਕਰਾਉਣੇ ਆਪਾਂ। ਤੇ ਯਾਦ ਇਹ ਵੀ ਰੱਖ ਲਿਓ, ਇਹ ਇਹਦੇ ਚੇਅਰਮੈਨ ਸੀਗੇ ਪਹਿਲੇ ਨੰਦਨ ਨੀਲਕਨੀ ਸਾਹਿਬ, ਇਹ ਪਹਿਲੇ ਚੇਅਰਮੈਨ ਰਹੇ ਆ ਬੱਚੋ UIDAI ਦੇ। ਤੇ ਇਹ ਅਥਾਰਟੀ ਦਾ ਕੰਮ ਕੀ ਹੈ, ਆਪਣੇ ਆਧਾਰ ਨੰਬਰ ਕਲੈਕਟ ਕਰਨੇ, ਡਾਟਾ ਸਾਂਭ ਕੇ ਰੱਖਣਾ। ਸੋ ਇਹੀ ਆਪਣਾ ਆਧਾਰ ਨੰਬਰ ਹੈ ਜਿਹੜਾ ਆਪਾਂ ਮੌਕੇ ਤੇ ਆਪਾਂ ਨੂੰ ਕਿਤੇ ਇੱਥੇ ਆਏ ਨਹੀਂ। ਸਤਿਆਜੀਤ ਰੇ ਸਾਹਿਬ ਦੀ ਤਾਂ ਬੜੇ ਵਾਰ ਗੱਲ ਕਰ ਲਈ ਯਾਰ, ਅੱਜ ਨਹੀਂ ਮੈਂ ਕਰਦਾ ਜੀ, ਆਪੇ ਕਰੋ ਤੁਸੀਂ। ਆਪਾਂ ਆਸਕਰ ਅਵਾਰਡ 'ਚ ਇਹਨਾਂ ਬਾਰੇ ਪੂਰੀ ਫੁੱਲ ਡਿਸਕਸ਼ਨ ਕਰ ਚੁੱਕੇ ਹਾਂ। ਆਸਕਰ ਅਵਾਰਡ ਜੇਤੂ ਹੈ, ਦੁਨੀਆ ਸਭ ਤੋਂ ਵੱਡਾ ਫਿਲਮਾਂ ਦਾ ਅਵਾਰਡ ਹੈ। ਸੋ ਮੇਰੇ ਹਿਸਾਬ ਨਾਲ ਇਹ ਪਹਿਲੇ ਸਵਾਲ ਦੇ ਕੁਝ ਕੀਮਤੀ ਪੁਆਇੰਟ ਆਪਾਂ ਯਾਦ ਰੱਖਿਓ, ਠੀਕ ਹੈ ਨਾ। ਚਲੋ ਵੀ ਅਗਲਾ ਪੁਆਇੰਟ, ਕਹਿੰਦੇ ਸਭ ਤੋਂ ਪੁਰਾਣੇ ਪਹਾੜ ਕਿਹੜੇ ਆ, ਦੱਸੋ ਮੁੰਡਿਓ ਸਭ ਤੋਂ ਪੁਰਾਣੇ। ਕਿਤੇ ਹੁਣ ਇਹ ਜੋ ਟਿਕ ਆਏ ਨਾ ਲਾ ਦਿਓ ਵੀ ਜਿਹੜਾ ਜੱਜਦਾ ਹੈ, ਤੇ ਜੱਜਦਾ ਫਿਰ ਸੁੱਕਣਾ ਤੁਹਾਨੂੰ ਪਤਾ ਹੀ ਹੈ ਹਿਮਾਲਿਆ, ਬੜੇ ਵੱਡੇ ਆ ਓਏ, ਇਹ ਸਭ ਤੋਂ ਪੁਰਾਣੇ ਇਹੀ ਹੋਣਗੇ। ਇੱਥੇ ਗੱਲ ਜਚਨ ਦੀ ਨਹੀਂ, ਇੱਥੇ ਗੱਲ ਪਤਾ ਹੋਣ ਦੀ ਆ ਬੱਚੋ। ਸਹੀ ਜਵਾਬ ਆਪਣਾ ਕਿਹੜਾ ਹੈ, ਅਰਾਵਲੀਜ਼। ਅਰਾਵਲੀ ਆਪਣੇ ਸਭ ਤੋਂ ਪੁਰਾਣੇ ਪਹਾੜ ਹੈ। ਜੇ ਪੁੱਛੋ ਸਭ ਤੋਂ ਨਵੇਂ ਕਿਹੜੇ ਹੈ, ਸਭ ਤੋਂ ਨਵੇਂ ਕਹਿਣਾ ਗਲਤ ਹੈ, ਸਭ ਤੋਂ ਯੰਗ ਕਿਹੜੇ ਹੈ, ਤਾਂ ਆਪਣੇ ਹਿਮਾਲਿਆਸ ਹੈ। ਆਪਾਂ ਹਿਮਾਲਿਆਸ ਨੂੰ ਬੱਚੋ ਕੀ ਬੋਲਦੇ ਆ, ਯੰਗ ਫੋਲਡ ਮਾਊਂਟੇਨ। ਇਹ ਤਾਂ ਇੰਨੇ ਯੰਗ ਹੈ, ਇਹ ਤਾਂ ਹਜੇ ਵਧੀ ਤੁਰੀ ਜਾਂਦੇ ਹੈ। ਇਹ ਤਾਂ ਇੰਨੇ ਯੰਗ ਹੈ, ਹਜੇ ਇਹਨਾਂ ਦੀ ਹਾਈਟ ਵਧੀ ਜਾਂਦੀ ਹੈ, ਕਿਉਂਕਿ ਮਾਊਂਟ ਐਵਰੈਸਟ ਇਹਦੀ ਕੀ ਹੈ, ਸਭ ਤੋਂ ਉੱਚੀ ਚੋਟੀ ਦਾ ਨਾਮ ਹੈ, ਤੇ ਉਹ ਵਧੀ ਤੁਰੀ ਜਾਂਦੀ ਹੈ। ਮਾਊਂਟ ਐਵਰੈਸਟ ਯਾਦ ਰੱਖਣਾ ਬੱਚੋ, ਇਹ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਹੈ। ਤੇ ਨੀਲਗਿਰੀ ਹਿੱਲ ਦੀ ਸਭ ਤੋਂ ਉੱਚੀ ਚੋਟੀ ਦਾ ਕੀ ਨਾਮ ਹੈ, ਲਿਖਵਾਇਆ ਹੋਇਆ ਤੁਹਾਨੂੰ ਮੈਂ, ਯਾਦ ਕਰੋ। ਤੁਹਾਨੂੰ ਮੈਂ ਐਂ ਪੜਾਇਆ ਸੀਗਾ ਵੀ ਇਧਰਲੇ ਪਾਸੋਂ ਆਉਂਦੇ ਆ ਵੈਸਟਰਨ ਘਾਟਸ, ਇਧਰਲੇ ਪਾਸੋਂ ਈਸਟਰਨ ਘਾਟਸ, ਇੱਥੇ ਆ ਕੇ ਮਿਲਦੇ ਆ, ਕਿੱਥੇ ਮਿਲਦੇ ਆ ਬੱਚੋ, ਨੀਲਗਿਰੀ ਹਿਲਸ। ਤੇ ਨੀਲਗਿਰੀ ਹਿਲਸ ਦੀ ਹਾਈਐਸਟ ਸਭ ਤੋਂ ਉੱਚੀ ਚੋਟੀ ਦਾ ਕੀ ਨਾਮ ਹੈ, ਤਾਂ ਆਪਾਂ ਡਿਕਲਾਵਾਂਗੇ ਦੋਦਾ ਬੇਟਾ, ਦੋਦਾ ਬੇਟਾ। ਤੇ ਨੀਲਗਿਰੀ ਹਿਲ ਦੀ ਖਾਸ ਪੁਆਇੰਟ ਕੌਣ ਸੀ ਹੈ, ਇਹ ਟਰਾਈ ਜੰਕਸ਼ਨ ਪੁਆਇੰਟ ਆ ਤਾਮਿਲਨਾਡੂ, ਕੇਰਲਾ ਤੇ ਕਰਨਾਟਕਾ ਦਾ, ਜਿਹੜਾ ਆਪਣਾ ਨੀਲਗਿਰੀ ਹਿਲਸ ਹੈ। ਅਰਾਵਲੀ ਇਹ ਸਭ ਤੋਂ ਆਪਣੇ ਪੁਰਾਣੇ ਪਹਾੜ ਹੈ, ਤਾਂ ਸਭ ਤੋਂ ਆਪਣੇ ਪੁਰਾਣੇ ਹੈ, ਤਾਂ ਹੀ ਫਿਰ ਬੱਚੋ ਸਭ ਤੋਂ ਉੱਚੀ ਚੋਟੀ ਦਾ ਕੀ ਨਾਮ ਹੈ, ਗੁਰੂ ਸ਼ਿਖਰ, ਇਹ ਆਪਣੇ ਗੁਰੂ ਹੈ। ਸਭ ਤੋਂ ਉੱਚੀ ਚੋਟੀ ਦਾ ਬੱਚੋ ਕੀ ਨਾਮ ਹੈ, ਗੁਰੂ ਸ਼ਿਖਰ। ਤੇ ਇਹ ਅਰਾਵਲੀ ਜਿਹੜੇ ਆਪਣੇ ਸਭ ਤੋਂ ਪੁਰਾਣੇ ਹੈ, ਇਹ ਵੀ ਯਾਦ ਰੱਖ ਲਿਓ ਵੀ ਇਹ ਆਪਣੇ ਦੇਸ਼ ਦੀਆਂ 4 ਸਟੇਟਾਂ ਵਿੱਚ ਕੀ ਟਾਪਤਾ ਹੈ। ਗੁਜਰਾਤ ਹੈ ਬੱਚੋ, ਰਾਜਸਥਾਨ ਹੈ, ਹਰਿਆਣਾ ਤੇ ਦਿੱਲੀ ਤੱਕ ਜਾਂਦੇ ਹੈ। ਕੌਣ, ਅਰਾਵਲੀ ਰੇਂਜ। ਇਹ 4 ਗੁਜਰਾਤ, ਰਾਜਸਥਾਨ, ਹਰਿਆਣਾ ਤੇ ਦਿੱਲੀ ਵਿੱਚ ਹੀ ਟਾਪਤਾ ਹੈ। ਕੌਣ, ਅਰਾਵਲੀ। ਵਿੰਧਿਆ ਰੇਂਜ, ਵਿੰਧਿਆ ਰੇਂਜ ਦੀ ਵਿੱਚੋਂ ਖਾਸ ਗੱਲ ਕੀ ਹੈ, ਸਾਰੇ ਪੁਆਇੰਟ ਮੈਂ ਦੱਸੇ ਹੋਏ ਹੈ। ਵਿੰਧਿਆ ਰੇਂਜ ਦੀ ਖਾਸ ਗੱਲ ਇਹ ਹੈ ਵੀ ਇਹ ਆਪਣੇ ਮੁਲਕ ਦੇ ਵਿਚਾਲੇ ਹੈ। ਤੁਹਾਨੂੰ ਪੁੱਛ ਸਕਦੇ ਆ ਵੀ ਕਿਹੜੀ ਮਾਊਂਟੇਨ ਰੇਂਜ ਆਪਣੇ ਨਾਰਥ ਇੰਡੀਆ ਤੇ ਆਪਣੇ ਸਾਊਥ ਇੰਡੀਆ ਨੂੰ ਸੈਪਰੇਟ ਕਰਦੀ ਹੈ, ਤਾਂ ਆਪਾਂ ਡਿਕਲਾਵਾਂਗੇ ਵਿੰਧਿਆ ਰੇਂਜ। ਤੇ ਵਿੰਧਿਆ ਰੇਂਜ ਦੀ ਖਾਸ ਗੱਲ ਕੀ ਹੈ, ਸਭ ਤੋਂ ਉੱਚੀ ਚੋਟੀ ਦਾ ਕੀ ਨਾਮ ਹੈ,
सद्भावना शिखर, सद्भावना शिखर ये सब तो उच्ची चोटी का नाम है बच्चों, ये भी चीज आप याद रखनी है। सद्भावना शिखर ਨੂੰ वैसे आप की कह ਦਿੰਦੇ हैं गुडविल पीक, गुडविल गुडविल जो थोड़ी दिनों दिन गुडविल हो रही है, गुडविल पीक कह ਦਿੰਦੇ बच्चों। ਤੇ ਅਰਾਵਲੀ ਦੀ ਖਾਸ ਗੱਲ ਕੀ ਹੈ, ਇਹ ਆਪਣੇ ਮੁਲਕ ਦੀਆਂ 5 ਸਟੇਟਾਂ ਵਿੱਚ ਦੀ ਟਾਪਦਾ ਹੈ। ਜਿਵੇਂ ਆਪਣਾ ਪਹਿਲਾ ਗੁਜਰਾਤ ਆ ਗਿਆ, ਫਿਰ ਆਪਣਾ ਐਮਪੀ ਆ ਗਿਆ, ਫਿਰ ਆਪਣਾ यूपी आ गया। ये सही जे क्यों नहीं चल रहा अज, खड़ जाओ। हाँ गुजरात आ गया, एमपी आ गया, यूपी आ गया, फिर अपना बिहार आ गया, ते फिर बच्चों अपना छत्तीसगढ़ आ गया। ये सारे पॉइंट आप याद रखने हैं। ਤੇ ਮੈਂ ਤੁਹਾਨੂੰ ਬਹੁਤ ਵਾਰ ਦੱਸਿਆ ਸੀ ਕੋਆਪਰੇਟਿਵ ਇੰਸਪੈਕਟਰ ਦੇ ਪੇਪਰ 'ਚ ਵੀ ਆ ਗਿਆ ਵੀ ਵੈਸਟਰਨ ਘਾਟਸ ਨੂੰ ਆਪਾਂ ਕੀ ਬੋਲਦੇ ਆਂ, ਵੈਸਟਰਨ ਘਾਟਸ ਨੂੰ ਬੋਲਦੇ ਆਂ ਆਪਾਂ ਸਹਾਇਦਰੀ ਰੇਂਜ। ਫਿਰ ਇਧਰ ਆਪਣੇ ਈਸਟਰਨ ਘਾਟਸ, ਇੱਥੇ ਆਪਣੇ ਨੀਲਗਿਰੀ, ਆ ਆਪਣਾ ਕੀ ਹੈ अपना विंध्या, अपना अरावली, फिर तो हाँ आप रेंजा पढ़ते हमने कराकोरम, लद्दाख, हिमालय वाली, ये सारे माउंटेन हाईएस्ट पीकां जरूर याद रखो। हाईएस्ट पीक का बच्चों मतलब होंगे सब तो उच्ची चोटी का नाम। जो आप किसी वाटर बॉडी की गल करते हैं, जिवें तुहानूं मैं क्लास लिखाया है डेड सी, ये भी कोऑपरेटिव इंस्पैक्टर के पेपर च आ गया भी डेड सी किहड़े-किहड़े मुल्कां दे नाल लगदी है, जॉर्डन, इजराइल ते पैलेस्टीन। आई आपां छांटना सी पेपर च भी किहड़े नाल नहीं लगदी। ये सारे पॉइंट याद कर लो। सो ईजी क्वेश्चन है, बहुत सिंपल क्वेश्चन है, ठीक है ना। चलो भी कहते किसान घाट, दिल्ली का कहते किसान घाट किस मशहूर नेता का यादगारी मैदान है। मैनूं लगदी पहलां आपां कदे भी इहो जिहा सवाल सॉल्व नहीं कीता, अज पहली बार आपां इहो जिहा टेस्ट इंट्रोड्यूस करन जा रहे हैं बच्चों। ये आपां बहुत घाट पढ़े नहीं, जिवें विजय घाट, राजघाट, शक्ति स्थल, जां अपने शांति वन, जां वीर भूमि, जां एकता स्थल, जां समत स्थल, बाले बने हुए है। ये पेपर दे विच आपां नूं पुछया जा सकदा है। सो ये सवाल आपां आपदी सेंस दे नाल सॉल्व कर सकदे हां। भी किसानां दी गल हो रही है ते किसानां दा मसीहा अपने मुल्क दे विच किस नेता नूं कहा गया, अज वाली नूं कह दो किते। ये अपना चौधरी चरण सिंह है बच्चों। चौधरी चरण सिंह नूं चैंपीयन कहा जाता है किसानी नेता का, कि चौधरी चरण सिंह। वैसे इन्हां दे नाम ते एक रिकॉर्ड बड़ा अनफॉर्चुनेटली एक होर भी दर्ज है। ये अपने मुल्क का पहला प्रधानमंत्री है जिन्होंने पार्लीमेंट फेस नहीं की, पहली सरकार डिग पई बेचारे दी, चौधरी चरण सिंह दी। होर देखो चौधरी चरण सिंह की याद विच आपां जिहड़ा अपना किसान दिवस है वो भी सैलीब्रेट करते हैं। चौधरी चरण सिंह की याद विच ही आपां किसान दिवस सैलीब्रेट करते हैं। दसंबर च ही हुंदा है, दसंबर च जन्मदिन मेरा हुंदा है। क्या बात है, 5 दसंबर याद रखियो। ते कुल मिला के जो राजीव गांधी है, राजीव गांधी की यादगारी ग्राउंड नूं आपां की कहने हैं, वीर भूमि। ये भी लिख के रख लो, राजीव गांधी का बच्चों लिख के रख लो। जिहड़ा मैमोरीअल है उन्होंने आपां बोलते हैं वीर भूमि। जगजीवन राम का बच्चों समता स्थल, जिवें आपां समानता कहते हैं भी इक्वालिटी होनी चाहिए है। फिर दसो अपने महात्मा गांधी, इत्थे सारे लीडर पक्का जाते हैं, जिहड़े बाहर लियाउंदे है वो भी पक्का फुल पा के आउंदे। समाधि ते बच्चों ये अपना हैगा राजघाट, याद रखना आपां राजघाट। राजघाट है, किसान घाट है, वीर भूमि है, समता स्थल है। क्या बात है, 4 हो गए होए। जां एक दो होर लिखा देना है, जिवें अपना लाल बहादुर शास्त्री जी का याद रखियो। ये सारे मैमोरीअल आप याद रखने पैणगे आपां नूं। सो ईजी है यार, कुछ भी नहीं करना, 2-4 बारी पढ़ना है, कापी पेन मैनूं पता चक्की बैठे हो, ना देना उतारी तुरी जाने हो। सो लाल बहादुर शास्त्री का बच्चों जो मैमोरीअल है उसको बोलते हैं विजय घाट। क्या बोलते हैं, विजय घाट। ये भी आप याद रखना है। इंदिरा गांधी का शक्ति स्थल, इंदिरा गांधी का भी लिख ही लो, चलो कोई चक्कर वाली गल नहीं। इंदिरा गांधी का बच्चों किहड़ा है, तो आप टिक लावांगे शक्ति स्थल। इंदिरा गांधी का कौन सा है, टिक लावांगे शक्ति, शक्ति, शक्तिमान शक्ति स्थल। शक्ति स्थल तो याद आ गया अपने बच्चों बहुत बार पढ़िया आपां, राष्ट्रपति ज्ञानी जैल सिंह ते इन्हां दे मैमोरीअल का बच्चों की नाम है, तो आप टिक लावांगे एकता स्थल, एकता स्थल। तो अज ही आप किन्ने कवर कर ले, एक दो सवाल होर बना लांगे, सारे निबेड़ देंगे आप। जवाहरलाल नेहरू का लिखना शांति वन। जवाहरलाल नेहरू के मैमोरीअल का की नाम है, ये भी मनेड़ दो यार, कल किने देखिया है वो देखियो तुसीं घटना कितनी भैड़ी वरती अपनी वो ग्रैंड ट्रंक रोड, आप जीटी रोड कह दिंदे आ, वो ट्रक पलट गया बेचारा, गड्डी वाले मारते, टब्बरी तिन्ने मुक गए बेचारे, बड़ी माड़ी खबर है। जवाहरलाल नेहरू का बच्चों अपना की सीगा,
शांतिवन। जवाहर लाल नेहरू का बच्चों अपना आ गया शांतिवन। सो किसान घाट चरण सिंह है, राजीव गांधी का अपना वीर भूमि है, महात्मा गांधी का राजघाट है, लाल बहादुर शास्त्री का विजय घाट है, इंदिरा गांधी का अपना बच्चों शक्ति स्थल है, अपना ज्ञानी सिंह का एकता स्थल है, जवाहर नेहरू का शांतिवन है। ठीक है ना, ये सारे मैमोरीअल ग्राउंड ਜਿਹੜੇ ਮੈਮੋਰੀਅਲ ਸਮਾਧੀਆਂ ਇਹ ਆਪਾਂ ਰੱਖਣੀਆਂ ਬੱਚੋ ਯਾਦ। ਇਹਦੇ ਨਾਲ ਹੀ ਤੀਜਾ ਸਵਾਲ ਹੁੰਦਾ ਸਮਾਪਤ। ਲਓ ਜੀ ਚੌਥਾ ਸਵਾਲ ਕਹਿੰਦੇ ਇੰਡੀਆ ਦੀ ਜਿਹੜੀ ਸਿਵਲ ਅੱਛਾ ਯਾਰ ਇਹ ਆਪੇ ਸੋਲਵ ਕਰੋ। ਸੋਲਵ ਕਰਨ ਵਾਲਾ ਅਸਲ 'ਚ ਹੈ ਹੀ ਨਹੀਂ ਸਵਾਲ, ਇਹ ਸਭ ਤੋਂ ਸਿੰਪਲ ਕੁਐਸਚਨ ਹੈ ਅੱਜ ਦੀ ਕਲਾਸ ਦਾ, ਸਭ ਤੋਂ ਸਿੰਪਲ ਕੁਐਸਚਨ। ਜਿਹਨੇ ਆਪਣੇ ਤੋਂ ਕਰੀ ਮਾਡਰਨ ਪੜ੍ਹ ਲਈ ਉਹ ਤਾਂ ਹਮੇਸ਼ਾ ਮਾਡਰਨ ਹੀ ਰਹੂਗਾ, ਉਹ ਨਹੀਂ ਫਿਰ ਸਾਰੀ ਉਮਰ ਫਿੱਟਦਾ। ਸਿਵਲ ਡਿਸਓਬੀਡੀਐਂਸ ਮੂਵਮੈਂਟ ਤੁਹਾਨੂੰ ਪਤਾ ਹੀ ਹੈ ਬੱਚੋ, ਇਹ ਚੱਲਦੀ ਹੁੰਦੀ ਹੈ ਆਪਣੀ ਡਾਂਡੀ ਮਾਰਚ ਦੇ ਨਾਲ। ਡਾਂਡੀ ਮਾਰਚ ਪੜ੍ਹਦੇ ਨਹੀਂ ਹੁੰਦੇ ਆਪਾਂ, 12 ਮਾਰਚ 1930 ਦੇ ਵਿੱਚ ਚੱਲੂਗੀ, ਇਹ ਪੜ੍ਹਦੇ ਨਹੀਂ ਹੁੰਦੇ ਆਪਾਂ। ਇਹ 24 ਦਿਨਾਂ ਦੀ ਯਾਤਰਾ ਹੁੰਦੀ ਹੈ, ਇਹ ਪੜ੍ਹਦੇ ਨਹੀਂ ਹੁੰਦੇ ਆਪਾਂ। 390 ਕਿਲੋਮੀਟਰ ਚੱਲਦੀ ਹੈ। ਇਹ 100 ਵਾਰ ਤੁਹਾਨੂੰ ਮੈਂ ਦੱਸਤਾ ਕੀ ਹੈ ਕੀ ਹੈ ਚ। ਇਹ ਮਾਰਚ, ਇਹ ਡਾਂਡੀ ਮਾਰਚ ਗਾਂਧੀ ਨੇ ਸਟਾਰਟ ਕਿੱਥੋਂ ਕਰੀ ਹੈ, ਤਾਂ ਆਪਾਂ ਟਿਕ ਲਾਵਾਂਗੇ ਸਾਬਰਮਤੀ ਆਸ਼ਰਮ ਤੋਂ। ਪੇਪਰ ਵਾਲਾ ਇਹ ਵੀ ਆਪਾਂ ਨੂੰ ਪੁੱਛ ਸਕਦਾ ਹੈ ਵੀ ਇਹ ਡਾਂਡੀ ਮਾਰਚ ਭਾਈ ਸਟਾਰਟ ਕਿੱਥੋਂ ਹੋਈ ਹੈ, ਆਪਾਂ ਟਿਕ ਲਾਵਾਂਗੇ ਸਾਬਰਮਤੀ ਆਸ਼ਰਮ ਤੋਂ। ਸਿਰਫ ਕਿੰਨੇ ਬੰਦਿਆਂ ਨਾਲ ਸਟਾਰਟ ਕੀਤੀ ਸੀਗੀ, 78 ਨਾਲ, 78 ਬੰਦਿਆਂ ਨਾਲ। ਬਟ ਇਹ ਯਾਤਰਾ ਇੰਨੀ ਵੱਡੀ ਬਣ ਗਈ, ਇੰਨੀ ਹਿੱਟ ਤੇ ਪਾਪੂਲਰ ਹੋ ਗਈ, 50,000 ਬੰਦਾ ਨਾਲ ਜੁੜ ਗਿਆ। ਸੋ ਇਹ ਇੱਕ ਪੂਰੀ ਇਨਕਲਾਬੀ ਮਾਰਚ ਬਣ ਗਈ ਆਪਣੇ ਮੁਲਕ ਦੇ ਵਿੱਚ। ਸੋ ਸਿਵਲ ਡਿਸਓਬੀਡੀਐਂਸ ਮੂਵਮੈਂਟ, ਜਿਹਦੇ ਵਿੱਚ ਆਪਾਂ ਫਿਰ ਪਹਿਲੀ ਵਾਰ ਗੋਰਿਆਂ ਦਾ ਲਾਅ ਵਿੱਚੋਂ ਤੋੜਨ ਜਾ ਰਹੇ ਹਾਂ, ਸਾਲਟ ਲਾਅ। ਇਹ 3 ਮੂਵਮੈਂਟਾਂ ਹੋਈਆਂ ਸੀ ਯਾਰ ਆਪਣੀ, ਤਿੰਨੇ ਆਪਣੇ ਯਾਦ ਰੱਖੋ। ਪਹਿਲੀ ਸਭ ਤੋਂ ਕਿਹੜੀ ਹੁੰਦੀ ਹੈ, ਨਾਨ ਕੋਆਪਰੇਸ਼ਨ ਮੂਵਮੈਂਟ, ਜਿਹਨੂੰ ਬੱਚਾ ਆਪਾਂ ਕੀ ਕਹਿ ਦਿੰਦੇ ਆ, ਮਾਸ ਮੂਵਮੈਂਟ। ਜਿਹਨੂੰ ਆਪਾਂ ਕੀ ਕਹਿ ਦਿੰਦੇ ਆ, ਮਾਸ ਮੂਵਮੈਂਟ। ਕਿਉਂ ਕਹਿੰਦੇ ਆ, ਬਿਕੋਜ਼ ਪਹਿਲੀ ਵਾਰ ਸਾਰਾ ਮੁਲਕ ਇੱਕ ਮੰਚ ਤੇ ਇਕੱਠਾ ਹੋ ਕੇ ਆਇਆ ਸੀ, ਗੋਰਿਆਂ ਖਿਲਾਫ ਆਵਾਜ਼ ਚੱਕੀ ਸੀ ਵੀ ਅੱਜ ਤੋਂ ਬਾਅਦ ਗੋਰਿਆਂ ਦੀ ਕਿਸੇ ਵੀ ਗੱਲ ਨਾਲ ਆਪਾਂ ਕੋਆਪਰੇਟ ਨਹੀਂ ਕਰਨਾ, ਚੱਕ ਦੋ ਫੱਟੇ ਬਲੇਟ ਦਾਂਗੇ। ਨਾਨ ਕੋਆਪਰੇਸ਼ਨ ਮੂਵਮੈਂਟ। ਫਿਰ ਦੂਜੀ ਆਪਣੀ ਹੁੰਦੀ ਹੈ ਸਿਵਲ ਡਿਸਓਬੀਡੀਐਂਸ ਮੂਵਮੈਂਟ, ਤੇ ਤੀਜੀ ਬੱਚੋ ਆਪਣੀ ਹੁੰਦੀ ਹੈ ਕੁਇਟ ਇੰਡੀਆ ਮੂਵਮੈਂਟ, ਜਿਹਨੂੰ ਆਪਾਂ ਕੀ ਕਹਿੰਦੇ ਆ, ਭਾਰਤ ਛੱਡੋ ਅੰਦੋਲਨ। ਜਿਹਦੇ ਵਿੱਚ ਗਾਂਧੀ ਨੇ ਬੱਚੋ ਕਿਹੜਾ ਸਲੋਗਨ ਦਿੱਤਾ ਸੀ, ਡੂ ਔਰ ਡਾਈ ਦਾ। ਹੋਰ ਦੇਖੋ ਦੋਨੇ ਮੂਵਮੈਂਟਾਂ, ਨਾਨ ਕੋਆਪਰੇਸ਼ਨ ਮੂਵਮੈਂਟ ਤੇ ਕੁਇਟ ਇੰਡੀਆ ਮੂਵਮੈਂਟ, ਇਹ ਦੋਨੇ ਬੱਚੋ ਕਿਹੜੇ ਮਹੀਨੇ 'ਚ ਹੋਈਆਂ ਸੀਗੀਆਂ, ਅਗਸਤ। ਕਮਾਲ ਤੇ ਇਹੀ ਹੈ, ਕੁਇਟ ਇੰਡੀਆ ਨੂੰ ਤਾਂ ਕਈ ਅਗਸਤ ਕ੍ਰਾਂਤੀ ਦਿੰਦੇ ਐ, ਕਮਾਲ ਦੀ ਗੱਲ ਨਹੀਂ। ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ, ਮਾਡਰਨ ਦੇ ਵਿੱਚ ਮਾਰਚ ਮਹੀਨਾ ਤੇ ਅਗਸਤ ਮਹੀਨਾ ਸਭ ਤੋਂ ਜ਼ਿਆਦਾ ਆਉਂਦੇ ਆ। ਜਿਵੇਂ ਗਾਂਧੀ ਇਰਵਿਨ ਪੈਕਟ ਹੈ, ਫਿਰ ਸ਼ਹੀਦ ਭਗਤ ਸਿੰਘ ਵਾਲਾ ਸਾਲ, ਸਾਰੇ ਮਹੀਨੇ ਮਾਰਚ ਹੀ ਹੈ। ਕ੍ਰਿਪਸ ਮਿਸ਼ਨ ਵੀ ਮਾਰਚ ਹੀ ਆਇਆ ਸੀਗਾ। ਆਹ ਸਾਰੇ ਅਗਸਤ ਵਾਲੇ ਹੈ। ਆਹ ਵਿੱਚ ਡਾਂਡੀ ਮਾਰਚ ਲੈ, ਡਾਂਡੀ ਮਾਰਚ ਆ ਵੀ ਮਾਰਚ ਹੀ ਹੈ। ਮਾਰਚ ਤੇ ਅਗਸਤ ਸਭ ਤੋਂ ਜ਼ਿਆਦਾ ਆਉਂਦੇ ਹੈ, ਕਮਾਲ ਦੇ ਮਹੀਨੇ ਆ ਇਹ, ਸਮਝ ਗਏ। ਚਲੋ ਫਿਰ ਇਹ ਤਿੰਨੇ ਮੂਵਮੈਂਟਾਂ ਯਾਦ ਰੱਖਿਓ। ਆਹ ਆਪਣੀ ਹੋਈ ਆ 1920 ਦੇ ਵਿੱਚ, ਆ ਆਪਣੀ ਹੋਈ ਆ 1942 ਦੇ ਵਿੱਚ, ਆ ਆਪਣੀ ਹੋਈ ਆ 1930 ਦੇ ਵਿੱਚ। ਉਹ ਤਾਂ ਵੈਸੇ ਆਪਾਂ ਇੱਥੇ ਲਿਖ ਹੀ ਲਿਆ, ਠੀਕ ਹੈ ਨਾ। ਸੋ ਬਹੁਤ ਗੁੱਡ ਪੁਆਇੰਟ ਹੈ। ਸੋ ਮਾਡਰਨ ਦੀ ਚੰਗੀ ਰਿਵੀਜ਼ਨ ਕਰਕੇ ਰੱਖੋ। ਹੈੱਡਕੁਆਟਰ ਤਾਂ ਫਿਰ ਤੁਹਾਨੂੰ ਪਤਾ ਹੀ ਹੈ, ਸਾਰੇ ਬਲੇਡ ਤੇ ਸੀ ਆਪਾਂ, ਪੂਰੀ ਇੱਕ ਕਲਾਸ ਲਾਤੀ। ਹੁਣ ਤਾਂ ਸਵਾਲ ਹੱਸ ਕੇ ਟਿਕ ਲਾਓ ਵੀ ਹੈੱਡਕੁਆਟਰ। ਪਹਿਲੀ ਗੱਲ ਤਾਂ ਜਿਹੜੇ ਬੱਚੇ ਨੂੰ ਪਤਾ ਹੀ ਨਹੀਂ ਵੀ ICAO ਓਏ ਇਹ ਕੀ ਹੈ, ਇੰਟਰਨੈਸ਼ਨਲ ਸਿਵਲ एविएशन ऑर्गेनाइजेशन। इंटरनेशनल सिविल एविएशन ऑर्गेनाइजेशन ਇਹਦਾ ਹੈੱਡਕੁਆਟਰ ਕਿੱਥੇ ਹੈ, ਤੁਹਾਨੂੰ ਮੈਂ ਦੱਸਿਆ ਹੋਇਆ ਹੈ, ਜਿੱਥੇ ਆਪਾਂ ਜਾਣਾ ਹੈ ਕੈਨੇਡਾ ਮੈਂ ਜਾਣਾ, ਮੌਂਟਰੀਅਲ ਦੇ ਵਿੱਚ ਆ ਬੱਚੋ। ਮੌਂਟਰੀਅਲ ਦੇ ਵਿੱਚ ਯਾਦ ਆ ਗਿਆ ਤੁਹਾਨੂੰ। ਮੌਂਟਰੀਅਲ ਦੇ ਵਿੱਚ ਮੈਂ ਹੋਰ ਕਿਹੜਾ ਲਿਖਵਾਇਆ ਸੀ, ਬਹੁਤ ਫੇਮਸ ਹੈ। ਮੌਂਟਰੀਅਲ ਦੇ ਵਿੱਚ ਬੱਚੋ ਵਰਲਡ ਐਂਟੀ ਡੋਪਿੰਗ ਏਜੰਸੀ ਵੀ ਹੈ, ਵਰਲਡ एंटी डोपिंग एजेंसी, वर्ल्ड एंटी डोपिंग एजेंसी, जिन्होंने अपन शॉर्ट्स की बोल देने हैं वाड़ा वाड़ा वाड़ा। ओ वाड़ा शॉर्ट। फिर ब्रसल्स, बेल्जियम का शहर बच्चों ब्रसल्स। इतने दो धमाकेदार हैडक्वार्टर है, एक तो अपना नाटो का तो नॉर्थ अटलांटिक ट्रीटी ऑर्गेनाइजेशन, जिन्होंने बच्चों आप की बोलते हैं मिलिट्री अलायंस। क्या बात है। फिर ਆਪਾਂ ਪੜ੍ਹਦੇ ਹੁੰਦੇ ਆ ਯੂਰੋਪੀਅਨ ਯੂਨੀਅਨ, ਜਿਹਦੇ ਕਿੰਨੇ ਮੈਂਬਰ ਹੈ, 27। ਪਹਿਲਾਂ 28 ਸੀ, ਬ੍ਰਿਟੇਨ ਨੇ ਆਪਦਾ ਨਾਮ ਵਾਪਸ ਲੈ ਲਿਆ। 2020 ਦੀ ਗੱਲ ਹੈ, ਉਹ ਇਹਦੇ ਨਿਕਲ ਗਏ, 27 ਮੈਂਬਰ ਰਹਿ ਗਏ। ਰੋਮ ਤੁਹਾਨੂੰ ਪਤਾ ਹੀ ਹੈ, ਰੋਮ 'ਚ ਆਪਣੇ ਕਿਹੜੇ ਹੈ, ਦੱਸ ਦਿਓ ਯਾਰ। ਹੁਣ ਆਪਣਾ ਖਾਣ ਦਾ ਟਾਈਮ ਹੋ ਗਿਆ, ਫੂਡ ਵਾਲੇ ਹੈ। ਰੋਮ ਦੇ ਵਿੱਚ ਸਾਰੇ ਫੂਡ ਵਾਲੇ ਹੈ,
फूड एंड एग्रीकल्चर ऑर्गेनाइजेशन है, वर्ल्ड फूड प्रोग्राम है, इंटरनेशनल फंड फॉर एग्रीकल्चर डेवलपमेंट है। इतने लिख लो। जे मैं तेज बोल गया वीडियो हौली करके लिख लो, पॉज करके लिख लो। जिन्होंने नहीं लिखे, जो कला यूट्यूब पर सैशन ला रहे हैं वो तो जरूर लिख लो, बाकी तो मैंने पता लिखी बैठे होंगे। फिर जनेवा, मैं कहना जिथे पेपर च ना औड़े जनेवा भड़का दियो, सारे जनेवा दे विच ही है। WHO, WTO, WMO, WIPO, WCC, वर्ल्ड इकनॉमिक फोरम, सारे जनेवा च है। इंटरनेशनल कमेटी ऑफ रेड क्रॉस, इंटरनेशनल लेबर ऑर्गेनाइजेशन, इंटरनेशनल ऑर्गेनाइजेशन फॉर स्टैंडर्डाइजेशन, इंटरनेशनल टेलीकम्युनिकेशन यूनियन, सारे जनेवा च है। यूनाइटेड नेशन हाई कमीशन फॉर रिफ्यूजीज, यूनाइटेड नेशन कॉन्फ्रेंस ऑन ट्रेड एंड डेवलपमेंट, सारे जनेवा दे विच। जनेवा दे विच तां भाई ढेर ही है, कम मुक्कदी गल नवेड़ो। ये हैडकुआटर तां रट के जाओ, रट के फिर तुहानूं मैं UN यूनीवर्सिटी दा हैडकुआटर दस्से टोक्यो दे विच है। सारे ही आपां याद रखने हैं, सारे ही आपां याद रखने हैं। रैंडमली पेपर वाला कोई भी पिक करके पा सकता है, इह च कोई ऐ नहीं भी आ बाहला फेमस है। हो सकदा आपां नूं एमनेस्टी इंटरनेशनल दा जे ਜਿਹੜੇ ਮਨੁੱਖੀ ਹਿੱਤਾਂ ਵਾਸਤੇ ਲੜਦੇ ਹੈ ਉਹਦਾ ਹੈਡਕੁਆਟਰ ਕਿੱਥੇ ਹੈ, ਟਿਕ ਲਾ ਦਾਂਗੇ ਆਪਾਂ ਲੰਡਨ 'ਚ ਹੈ। ਕਿੱਥੇ ਹੈ? ਲੰਡਨ। ਚਲੋ ਵੀ ਆਪਾਂ ਯੂਰੋਪੀਅਨ ਯੂਨੀਅਨ ਦੀ ਗੱਲ ਕੀਤੀ ਹੈ, ਇੱਥੇ ਆਪਾਂ ਸਮਾਰ ਕੇ ਕਰ ਲੈਂਦੇ ਹਾਂ। ਚਲੋ ਸਵਾਲ ਤੁਹਾਨੂੰ ਬਾਅਦ ਸਮਝਾਉਣਾ ਮੈਂ, ਪਹਿਲਾਂ ਬਣਾ ਦੱਸੋ ਵੀ ਜਿਹੜੀ ਆਪਣੀ ਯੂਰੋਪੀਅਨ ਯੂਨੀਅਨ ਹੈ EU, ਇਹ ਕਦੋਂ ਬਣੀ ਹੈ? ਕਿਆ ਟਿਕ ਲਗਾਓਗੇ? ਸਿੱਧਾ ਮੰਨ ਲਓ ਪੇਪਰ ਸਵਾਲ ਆ ਗਿਆ ਯੂਰੋਪੀਅਨ ਯੂਨੀਅਨ ਕਦੋਂ ਬਣੀ ਹੈ, ਆਪਾਂ ਬੱਚੋ ਟਿਕ ਲਾਵਾਂਗੇ 1957। ਤੇ ਜਦੋਂ 57 ਦੇ ਵਿੱਚ ਬਣੀ ਹੈ, ਇਹਦਾ ਨਾਮ ਯੂਰੋਪੀਅਨ ਯੂਨੀਅਨ EU ਨਹੀਂ ਸੀ, ਇਹਦਾ ਨਾਮ ਬੱਚੋ ਕੀ ਸੀਗਾ? ਯੂਰੋਪੀਅਨ ਇਕਨੋਮਿਕ ਕਮਿਊਨਿਟੀ। ਬੜਾ ਜ਼ਿਆਦਾ ਸਿਰੇ ਦਾ ਪ੍ਰੋਗਰਾਮ ਕਰ ਰਹੇ ਆਪਾਂ, ਯੂਰੋਪੀਅਨ ਇਕਨੋਮਿਕ ਕਮਿਊਨਿਟੀ, ਯੂਰੋਪੀਅਨ ਇਕਨੋਮਿਕ ਕਮਿਊਨਿਟੀ ਆ ਨਾਮ ਸੀ ਜਦੋਂ ਆਪਾਂ EU ਐਸਟੈਬਲਿਸ਼ ਕੀਤੀ ਹੈ ਬੱਚੋ 57 ਦੇ ਵਿੱਚ। ਇਸ 57 ਚ ਆਪਾਂ ਕਿਸ ਟ੍ਰੀਟੀ ਦੇ ਤਹਿਤ ਐਸਟੈਬਲਿਸ਼ ਕੀਤੀ ਹੈ? ਟ੍ਰੀਟੀ ਆਫ ਰੋਮ। 5-6 ਮੁਲਕ ਇਕੱਠੇ ਹੋਏ, ਉਹਨਾਂ ਨੇ ਟ੍ਰੀਟੀ ਆਫ ਰੋਮ ਸਾਈਨ ਕੀਤੀ ਤੇ ਕੀ ਐਸਟੈਬਲਿਸ਼ ਕੀਤਾ? ਯੂਰੋਪੀਅਨ ਇਕਨੋਮਿਕ ਕਮਿਊਨਿਟੀ। ਉਸ ਤੋਂ ਬਾਅਦ ਬੱਚੋ ਇਹਦੇ ਮੈਂਬਰ ਵਧਣ ਲੱਗ ਗਏ, ਮੈਂਬਰਸ਼ਿਪ ਵੱਧਦੀ ਗਈ, ਰੁਤਬਾ ਕੱਦ ਵੱਧਦਾ ਗਿਆ, ਸਟੇਟਸ ਵੱਧਦਾ ਗਿਆ, ਮੈਂਬਰ ਹੋ ਗਏ ਅੱਜ ਯੂਰੋਪੀਅਨ ਯੂਨੀਅਨ ਦੇ ਬੱਚੋ ਕਿੰਨੇ? 27। ਇਹ ਬਣਾਈ 57 ਦੇ ਵਿੱਚ 6 ਮੁਲਕਾਂ ਨੇ ਸੀ। ਕਿਆ ਤਰੱਕੀ ਕਰੀ ਹੈ, ਜਮੀ ਕਮਾਲ ਕਰਤੀ, ਕਮਾਲ ਇਹ ਹੋ ਗਿਆ। ਫਿਰ ਇਹਨਾਂ ਨੇ ਬੱਚੋ ਸਾਈਨ ਕੀਤਾ ਇੱਕ ਨਵੀਂ ਟ੍ਰੀਟੀ, ਵੀ ਆੜੀ ਹੁਣ ਤਾਂ ਵੱਧ ਗਏ ਓਏ, ਟ੍ਰੀਟੀ ਨਵੀਂ ਲੈ ਕੇ ਆਓ, ਟ੍ਰੀਟੀ ਆਫ ਮਾਸਟ੍ਰਿਚ। ਨੀਦਰਲੈਂਡ ਦਾ ਸ਼ਹਿਰ ਹੈ ਬੱਚੋ, ਆ ਰੋਮ ਤਾਂ ਆਪਾਂ ਹੁਣੀ ਦੇਖ ਕੇ ਆਏ ਆ, ਇਟਲੀ ਦਾ। ਫਿਰ ਆਪਣੀ ਭਾਈ 1993 ਦੇ ਵਿੱਚ ਜਦੋਂ ਆਪਣੀ ਆਹ ਟ੍ਰੀਟੀ ਲਿਆਂਦੀ ਤਾਂ ਇਹਦਾ ਫਿਰ ਨਾਮ ਕੀ ਬਣ ਗਿਆ, ਜਿਹੜਾ ਆਪਾਂ ਅੱਜ ਪੜ੍ਹਦੇ ਆ ਯੂਰੋਪੀਅਨ ਯੂਨੀਅਨ। ਕਿਆ ਬਾਤ ਹੈ। ਹੁਣ ਦੱਸ ਦਿਓ ਫਿਰ ਇਹਦਾ ਕੀ ਜਵਾਬ ਹੈ। ਇੱਥੇ ਆਪਾਂ ਨੂੰ ਇਹੀ ਪੁੱਛਿਆ, ਕਹਿੰਦੇ ਯੂਰੋਪੀਅਨ ਯੂਨੀਅਨ ਨਾਲ ਸੰਬੰਧਿਤ ਵੱਖ-ਵੱਖ ਸੰਧੀਆਂ, ਜਿਵੇਂ ਆਹ ਟ੍ਰੀਟੀ ਆਫ ਰੋਮ ਹੈ, ਟ੍ਰੀਟੀ ਆਫ ਮਾਸਟ੍ਰਿਚ ਹੈ, ਇਹ ਵੱਖ-ਵੱਖ ਸੰਧੀਆਂ ਦੇ ਸੰਦਰਭ ਦੇ ਵਿੱਚ ਕਹਿੰਦੇ 1992 ਦਾ ਸਿੰਗਲ ਯੂਰੋਪੀਅਨ ਐਕਟ ਹੇਠ ਲਿਖਿਆਂ ਵਿੱਚੋਂ ਕਿਹੜੀ ਸੰਧੀ ਦਾ ਇੱਕ ਵੱਡਾ ਸੰਸ਼ੋਧਨ ਸੀ? ਕਿਆ ਬਾਤ ਹੈ। ਕਿਹਨੂੰ ਸੋਧ ਕੀਤਾ ਆਪਾਂ? ਫਿਰ ਆਪਾਂ ਲਿਆਂਦਾ ਕਿਹਨੂੰ ਆਪਾਂ ਬੱਚੋ ਮੇਜਰ ਰਿਵੀਜ਼ਨ ਕੀਤੀ 92 ਦੇ ਐਕਟ ਫਿਰ 93 ਚ। ਆਹ ਦੇਖੋ ਟ੍ਰੀਟੀ ਆਪਣੀ ਕਦੋਂ 93 ਵਾਲੀ ਹੈ ਤਾਂ ਟਿਕ ਲਾਵਾਂਗੇ ਟ੍ਰੀਟੀ ਆਫ ਰੋਮ। ਟ੍ਰੀਟੀ ਆਫ ਰੋਮ ਦੇ ਵਿੱਚ ਆਪਾਂ ਅਮੈਂਡਮੈਂਟ ਲਿਆ ਕੇ ਆਪਾਂ 93 ਦੇ ਵਿੱਚ ਟ੍ਰੀਟੀ ਆਫ ਮਾਸਟ੍ਰਿਚ ਲਿਆਂਦੀ ਤਾਂ ਕੀ ਬਣ ਗਈ? EU। ਸਾਨੂੰ ਪਤਾ ਹੈ ਯੂਰੋਪੀਅਨ ਯੂਨੀਅਨ ਵਿੱਚ ਕਿੰਨੇ ਮੈਂਬਰ ਹੈ? 27। ਇਹ 27 ਦੇ ਵਿੱਚੋਂ ਜਿਹੜੇ ਆਪਣੇ 19 ਮੁਲਕ ਆ ਨਾ, 19 ਮੁਲਕ ਹੈ, ਉਹ ਕਰੰਸੀ ਯੂਜ਼ ਕਰਦੇ ਆ ਯੂਰੋ। ਆ ਪੇਪਰ ਵਾਲਾ ਸਿੱਧਾ ਪੁੱਛ ਸਕਦਾ, ਯਾਦ ਰੱਖਿਓ। ਤੇ ਜੇ ਮੰਨ ਲਓ ਪੇਪਰ ਸਵਾਲ ਆ ਗਿਆ ਵੀ ਯੂਰੋ ਕੁਆਇਨਸ ਤੇ ਯੂਰੋ ਨੋਟਸ ਕਿਹੜੇ ਸਾਲ ਇੰਟਰੋਡਿਊਸ ਹੋਏ ਆ ਬੱਚੋ, ਤਾਂ ਆਪਾਂ ਟਿਕ ਲਾਵਾਂਗੇ 2002 ਦੇ ਵਿੱਚ। ਇਹ ਸਾਰੇ ਬੈਸਟ ਪੁਆਇੰਟ ਯਾਦ ਰੱਖਿਓ। ਯੂਰੋ ਕੁਆਇਨਸ and euro notes were introduced in 2002 ਤੇ ਅੱਜ ਕਿੰਨੇ ਮੁਲਕਾਂ ਦੀ ਕਰੰਸੀ ਯੂਰੋ ਹੈ? ਆਪਾਂ ਟਿਕ ਲਾਵਾਂਗੇ 19। ਟੋਟਲ ਮੈਂਬਰ ਕਿੰਨੇ ਹੈ? 27। 57, 93, 2 ਟ੍ਰੀਟੀਆਂ, ਸਾਰਾ ਕੁਝ ਯਾਦ ਰੱਖਣਾ ਹੈ ਬਸ। ਯੂਰੋਪੀਅਨ ਯੂਨੀਅਨ ਖਲਾਸ। ਨੈਕਸਟ ਕੁਐਸਚਨ, ਕਹਿੰਦੇ ਕਿਹੜਾ ਐਸਿਡ ਹੈ? पूरी कीड़ी लड़ी है ना ਤੁਹਾਡੇ
बचपन च पक्का लड़ी होगी, हुण तां बड्डे हो गए, आपां पछाण लैंदे हैं। बट भूरी कीड़ी, वैसे आपां तां लाल कीड़ी भी कह दिंदे हैं। भूरी कीड़ी जदों लड़दी आ ना, चीकां कढ़ा दिंदी है, सारा थां लाल लाल हो जाता है, गमोड़ी टाइप ऐ धफ्फड़ बन जाते है। कमाल दी गल नहीं यार, एडा वड्डा शरीर, भोरा कीड़ी, ये इन्ने चंगियाड़े किवें कढ़ दिंदी है बई। भूरी कीड़ी यूं ही नहीं चीकां कढ़ाती, क्योंकि ਉਹਦੇ ਵਿੱਚ ਇੱਕ ਐਸਿਡ ਹੁੰਦਾ ਹੈ। ਦੱਸੋ ਫਿਰ ਕਿਹੜਾ ਐਸਿਡ ਹੈ ਬੱਚੋ, ਜਿਹੜਾ ਕੀੜੀ ਦੇ ਡੰਗ ਵਿੱਚ ਹੁੰਦਾ ਹੈ? क्या क्वेश्चन है, जवाब आ गया बच्चों, फॉर्मिक एसिड। क्या बात है, ਜਿਹਦੇ ਡੰਗ ਵੱਜਿਆ ਭੂਰੀ ਕੀੜੀ ਦਾ ਅੱਜ ਦਾ ਕੋਡ ਹੈ, ਦੱਸਿਓ ਤੁਸੀਂ। ਇਹ ਸਭ ਦੇ ਪੱਕਾ ਭੂਰੀ ਕੀੜੀ ਇੱਕ ਵਾਰੀ ਪੱਕਾ ਲੜੀ ਹੁੰਦੀ ਹੈ ਤੇ ਸਭ ਨੇ ਫੀਲ ਕੀਤਾ ਹੋਊਗਾ, ਬਹੁਤ ਥਾਂ ਮੱਚਦਾ ਹੈ। ਤੇ ਫਾਰਮਿਕ ਐਸਿਡ ਹੁੰਦਾ ਬੱਚੋ ਥਾਂ ਮੱਚਣੀ। ਹੁਣ ਜਿਵੇਂ ਸਿਟਰਿਕ ਐਸਿਡ ਆ ਯਾਰ, ਇਹ ਕੀ ਹੁੰਦਾ ਬੱਚੋ, ਇਹ ਹੁੰਦਾ ਖੱਟੀਆਂ ਚੀਜ਼ਾਂ 'ਚ, ਜਿਵੇਂ ਆਪਣੇ ਖੱਟੀ ਚੀਜ਼ੀ ਆ ਗਈ, ਜਿਵੇਂ ਲੈਮਨ ਕਹਿ ਲਓ, ਜਾਂ ਤੁਸੀਂ ਔਰੇਂਜ ਕਹਿ ਲਓ, ਜਾਂ ਤੁਸੀਂ ਭਾਈ ਗ੍ਰੇਪਸ ਅੰਗੂਰ ਕਾਲੇ। ਲੈਕਟਿਕ ਤਾਂ ਫਿਰ ਤੁਹਾਨੂੰ ਪਤਾ ਹੀ ਹੈ, ਆਪਾਂ ਸਾਇੰਟੀਫਿਕ ਇੰਸਟਰੂਮੈਂਟਾਂ 'ਚ ਕਿੰਨੇ ਵਾਰ ਦੇਖ ਲਿਆ, ਜਿੱਥੇ ਵਰਡ ਲੈਕਟੋ, लैक्टोमीटर, लैक्टिक एसिड कुछ भी आ गया बच्चों, ये संबंधित होता है दूध के साथ। एसिटिक एसिड बच्चों की है, ये अपना होता है विनेगर, 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 विनेगर। ये सारे एसिड आप याद रखने हैं, सारे किहड़े आप चार तां देखे है, चलो होर लिखा दिंदा है, फिर याद कर लोगे, होर लिख लो। जिवें फॉर एग्जांपल पहला सोनू पुछदा है, पहला मैं सोनू पुछदा मैलिक एसिड दसो किहदे विच है। ऑक्सैलिक एसिड पेपर दे विच एक पक्का आऊगा, दसो किहदे विच है। हाइड्रोक्लोरिक एसिड, बस ये तीन ते चार ओह वाधू है, दसो करांगे किहदे किहदे च है। देखते हैं सब तो पहला कौन दसदा है, किसी ने भी नहीं दस्या। मैलिक एसिड काहदे विच है बच्चों, की टिक लावांगे आपां, मैलिक एसिड हुंदा अपना स्याओ दे विच। स्याओ मतलब बोले तो एप्पल, स्याओ मतलब होंदा है एप्पल। ऑक्सैलिक एसिड बच्चों काहदे विच है, तां आपां टिक लावांगे टमाटर, आपां टिक लावांगे बच्चों टमाटर मतलब टोमैटो। फिर हाइड्रोक्लोरिक एसिड दसो फिर किहदे च है, ये तां तुहाडे बहुत बंद है, की बंद तुहाडे, तेजाब। ये तुहाडे ढिड्डी च है, स्टमक जिहड़ा फिर ज्यादा बन जांदा है, वा फिर उही तेजाब है। जिद्दां कहदे ने इत्थों जी मच्छी जांदा है, मच्छी वाला यार मेरा जी, मैं नहीं, मैं समोसा खाना नहीं, तेजाब वाला बनता मेरे। हाइड्रोक्लोरिक एसिड अपने जिवें कार्बोनिक एसिड है बच्चों, वो अपनी अपना सोडियां च हुंदा है, सोडास दे विच है। सो मैलिक एसिड, ऑक्सैलिक एसिड, ये सारे आप याद रखने हैं। जिवें आपां कैमिकल नेम ते कॉमन नेम देखदे हुंदे हैं, जिवें पिछली बारी आपां LPG दी गल कीती है, आ गया ना पेपर च। इस बार पेपर च स्याओ दा पुछणगे, खवाउणगे तुहानूं संतरे, हो देखी चलो तुसीं जाना किन्नी भैड़ी करदे। बहुत बार आपां बच्चों कवर कर लिया इस महान खिडारी नूं। इंडिया का इकलौता एथलीट है जिन्हां ने एशियन ते कॉमनवैल्थ दोनों दे विच 400 मीटर च गोल्ड जित लिया। अपने 3 बार इन्होंने ओलंपिक खेडिया है, 1956, 1960, 1964। फ्लाइंग सिख, इन्हां दी ऑटोबायोग्राफी का नाम रेस ऑफ माई लाइफ, सब कुछ आप कवर कर चुके हैं। बट जस्ट फॉर द रिवीजन परपस एक नवा फैक्ट लैके हाजिर हैं भी मिल्खा सिंह जी ने पहला नैशनल टाइटल 400 मीटर रेस का किहड़े साल जित्तिया। इहनूं कहंदे है टफ लैवल का सवाल, बट यही तो अपनी सीरीज च मिलूगा, जिहड़ा पेपर सवाल मिलूगा। 1957 दे विच 58 च फिर ये गोल्ड कॉमनवैल्थ का चकते फटे, बस कला इन्हां दा ओलंपिक का सुपना अधूरा रह गया सीगा। इन्हां ने तां कह भी रखिया सी भी जे एथलैटिक दे विच कोई मैडल जित के लिया मैथों मूँह मंगिया नाम लै लिओ। नीरज चोपड़ा अपना जित लिया सी, बट उदों नूं भाई इन्हां दी डैथ हो गई, माड़ी गल तां हो गई। चलो फिर ये सारे पॉइंट आपां देखे हुए, ठीक है ना। कहंदे सुप्रीम कमांडर अपनियां डिफेंस फोर्सां दा कौन है बच्चों। अगेन विदाउट पॉलिटी भी क्लास अधूरी है, पेपर दे सीधा स्कोरिंग अपने खास करके जो भी अपकमिंग है सीधा वन लाइनर सवाल मिलणगे। हुण ये टिक तां बंदा जिहड़ा आम जिहड़ा नहीं पढ़ के जाऊगा वो तां भड़काऊगा डिफेंस मिनिस्टर, जिहड़ा कोई ज़्यादा फैन है वो प्राइम मिनिस्टर भी भड़का सकदा है। आपां फिर पढ़े लिखे बच्चे टिक लावांगे राष्ट्रपति नूं कहंदी है। ओए आपां तां बकायदा आर्टिकल भी लिखे हुए हैं, आप आर्टिकल नंबर 52 पढ़ा नहीं गा, इह आपां की लिखिआ है देयर शैल बी प्रेजिडेंट फॉर इंडिया। आर्टिकल नंबर 53 च आपां की लिखिआ है
ਚੱਕ ਕੇ ਦੇਖੋ, ਐਸੇ ਟਾਈਮ ਚੱਕ ਕੇ ਦੇਖੋ, ਇਹ ਚ ਆਪਾਂ ਹੀ ਤਾਂ ਲਿਖਿਆ ਕੀ ਲਿਖਿਆ ਵੀ ਪ੍ਰੈਜ਼ੀਡੈਂਟ ਇਜ਼ ਦਾ ਸੁਪਰੀਮ ਕਮਾਂਡਰ ਆਫ ਆਲ ਡਿਫੈਂਸ ਫੋਰਸਸ ਆਫ ਇੰਡੀਆ। ਇਹ ਆਰਟੀਕਲ ਨੰਬਰ 53 ਚ ਲਿਖਿਆ ਹੋਇਆ ਹੈ। ਆਰਟੀਕਲ ਨੰਬਰ ਆਪਾਂ 57 ਵਿੱਚ ਕੀ ਲਿਖਿਆ ਹੋਇਆ ਹੈ ਵੀ ਆਪਣੇ ਮੁਲਕ ਦੇ ਵਿੱਚ ਰਾਸ਼ਟਰਪਤੀ ਬੰਦਾ ਕਿੰਨੇ ਵਾਰ ਬਣ ਸਕਦਾ ਹੈ, ਆਪਾਂ ਟਿਕਲਾਵਾਂ ਕਿੰਨੇ ਵਾਰ ਮਰਜ਼ੀ ਬਣੇ, ਅਨਲਿਮਟਿਡ ਹੈ, ਅਨਲਿਮਟਿਡ। ਸਮਝ ਗਏ ਮੇਰੀ ਗੱਲ? ਐਨ ਨੰਬਰ ਆਫ ਟਾਈਮ ਬਣ ਸਕਦਾ, ਸੇਮ ਪਰਸਨ ਦੁਬਾਰੇ ਬਣ ਸਕਦਾ, ਜਿਵੇਂ ਆਪਣਾ ਰਜਿੰਦਰ ਪ੍ਰਸਾਦ 2 ਵਾਰੀ ਬਣਿਆ ਹੋਇਆ ਰਾਸ਼ਟਰਪਤੀ, ਕਿਆ ਬਾਤ ਨਹੀਂ ਹੈਗੀ। ਅੱਜ ਆਪਾਂ ਵਾਈਸ ਪ੍ਰੈਜ਼ੀਡੈਂਟ ਦੀ ਗੱਲ ਵੀ ਕਰੀਏ, देयर शैल बी वाइस प्रेसिडेंट फॉर इंडिया। इस संविधान के किहड़े आर्टिकल दे विच है, देख के नहीं दसना, 63 दे विच है बच्चों, 63 है, ये भी आपां याद रखना है। फिर आपां आर्टिकल, हाँ, प्रेसिडेंट नूं सौं कौन चुकाउंदा है, आर्टिकल नंबर 60, चीफ जस्टिस ऑफ इंडिया। प्रेसिडेंट आपदा अस्तीफा किहनूं दिंदा है, वाइस प्रेसिडेंट नूं। वाइस प्रेसिडेंट आपदा अस्तीफा किहनूं दिंदा है, प्रेसिडेंट नूं। समझ गए? प्रेसिडेंट वाइस प्रेसिडेंट नूं, वाइस प्रेसिडेंट प्रेसिडेंट नूं, बस ये चीज आपां याद रखनी है। इहदे नाल ही सो ईजी पॉइंट, देयर शैल बी वाइस प्रेसिडेंट फॉर इंडिया, वो आर्टिकल नंबर 63 है। देयर शैल बी प्रेसिडेंट फॉर इंडिया, आर्टिकल नंबर 52 है। इंपीचमेंट ऑफ प्रेसिडेंट, आर्टिकल नंबर 61 दे विच है, जिन्हें आपां कहने उहदे गद्दी तो लाउणा। समझ गए? पढ़ के जाओ, नहीं पेपर वाला सोनू ला दूगा। पुराना किला किने कंस्ट्रक्ट किया बई ओए, जेड़ा तां बच्चा नहीं पढ़ के जाऊगा वो तां 99.9% बच्चा भड़काऊगा। नौजवान दिलां दी धड़कन, ताज बनाता तेरे लई, जेड़े बंदे नूं आपां कहने हैं गोल्डन एज पीरियड ऑफ आर्कीटैक्चरल डेवलपमेंट वास्ते कौन सी, शेर शाह सूरी। ओ मैनू पता की लग्या, बलफ हो गया, मैं किते शाहजहां लिखिया, जे किते ऑप्शन ई आ जांदा शाहजहान, फिर अपना टैंपू टेढ़ा हो जाता, बट इन्हें सानू ऑप्शन ही सौखे देते कुत्ते ने। आंसर आऊगा शेर शाह सूरी, ये तो सही है, बट नौजवान दिलां दी धड़कन आपां इत्थे किहनूं कहा सी बच्चों, शाहजहां नूं कहा सीगा। पुराना किला दिल्ली का किने बनाया है, शेर शाह सूरी ने। शेर शाह सूरी अपने की लेके आया सी बच्चों, आपां टिक लावांगे रुपइया। की लेके आया है, रुपइया। रुपइया की सीगा, सिल्वर गोल्ड कॉपर की है, आपां टिक लावांगे सिल्वर कॉइन। आपां टिक लावांगे बच्चों सिल्वर कॉइन। फिर ये लेके आया सी अपना कॉपर कॉइन्स, शेर शाह सूरी कॉपर कॉइन बच्चों उन्होंने की बोलते हैं आपां, दाम। तो तुसी भी ये कुछ काम बड़ा करो तां जो अपना दाम बढ़े। दाम, ये कॉपर कॉइन है, रुपया अपना सिल्वर कॉइन है। बाकी तुहानू पता ही है शेर शाह सूरी साहब ये अपना लेके आए सी बच्चों ग्रैंड ट्रंक रोड, जिहड़ी कलकत्ता टू पेशावर चलदी है। एक होर दसां, रोड नैटवर्क दे विच बड़ा नाम चलदा है। एक लेके आए सी सड़क ए आजम, सड़क ए आजम, सड़क ए आजम। ये सी बच्चों आगरा तो सासाराम, क्या बात है। ग्रैंड ट्रंक रोड तो तुसी मैनू पता बहुत बार पढ़ी होगी, बट आ भी ऐड कर लियो। से आ पुराना किला भी शेर शाह सूरी है, ये सूरी पापा उही है बच्चों जिहड़ा आपां पढ़दे हुंदे आ कित्थे पढ़ांदी, याद करो जदों अपना हमायूं आया सीगा, हमायूं दे नाल बैटल होई सी, बैटल ऑफ कनौज दे विच। ये आपां पढ़दे हुंदे आ सूरी डायनेस्टी, समझ गए मेरी गल। सो ये इन्हां दे फाउंडर है। सो होप सो अज दी क्लास दे विच भी बड़ा कुछ सीखण नूं मिलिआ ते पता लग्या भी भूरी केड़ी इन्नियां चीकां क्यों कढाउंदी है। तुसी भी एक बार बच्चों इस सैशनस नूं सारिआं नूं वधिया दोस्तां मित्रां नाल शेयर करिया करो कि तुहाडे घरे भूरियां कीड़ियां दा बैग भर के छड्ड के जाऊंगा। देखियो फिर लड़दियां तुहाडे किहड़े हिसाब नाल। सारे बच्चों ने वधिया आपदा कमेंट करके जरूर दसना। कमेंट ना हुंदा तां कुछ नहीं, चलो ठीक है भी थोड़ा सोचण दे कि 2-4 मिनट लग जाते होण, 2-4 मिनटां वास्ते कोई वड्डी गल नहीं हैगी, इन्ना खास टाइम वेस्ट नहीं हुंदा। विच कोई ज़्यादा हुंदे आ बच्चे भी काहनूं टाइम वेस्ट करना है। सो कमेंट सैक्शन ये हुंदा है जो बच्चा नवां जुड़दा है वो अवेयर हो जाता है, ठीक है। अवेयरनैस क्रिएट करनी बहुत जरूरी है इस समय, बिकॉज बहुत बच्चे साडे कोल इहो जिहे पहुँचते हैं जिहड़े कि पिछले 1 साल तो 6-6 महीनों तो स्ट्रगल कर रहे हैं। कारण उन्होंने बच्चों क्वालिटी कंटेंट ही नहीं मिलता। वो कहता मैं इत्थे लग गया, मैं उत्थे लग गया, मेरे नाल हो गया धोखा, मेरे नाल हो गया, वो हो गया, उन्हें ना छड़ाता, आ कराई नहीं, ये है वो है। सो ये सारियां चीज़ां मतलब इसका कारण की है, अवेयरनैस नहीं है। बच्चा किसी का रिव्यू नहीं लैंदा, बच्चा किसी को पुछदा नहीं,
ਜਦੋਂ ਸਾਰਾ ਕੁਝ ਮਤਲਬ ਕਹਿੰਦਾ ਟੂਹਾ ਕਟਾ ਲਿਆ ਫਿਰ ਬਾਅਦ ਚ ਯਾਦ ਕਰਦੇ। ਸੋ ਇਹ ਤੁਹਾਡਾ ਫਰਜ਼ ਬਣਦਾ ਹੈ ਕਿ ਸਾਰੇ ਪੰਜਾਬੀਆਂ ਨੂੰ ਆਪਾਂ ਟਰੈਕ ਤੇ ਲਿਆਈਏ, ਠੀਕ ਹੈ ਨਾ। ਚਲੋ ਠੀਕ ਹੈ ਬੱਚੋ, ਫਿਰ ਮਿਲਦੇ ਹਾਂ ਫਿਰ ਆਪਾਂ ਨੈਕਸਟ ਕਲਾਸ ਦੇ ਵਿੱਚ। ਨੈਕਸਟ ਕਲਾਸ ਫਿਰ ਆਪਣੀ ਹੋਊਗੀ 30th। ਕਿਆ ਬਾਤ ਹੈ, ਬਹੁਤ ਵੱਡੀ ਗੱਲ ਹੈ। ਸੋ 3ਵੀਂ ਕਲਾਸ ਫਿਰ ਆਪਾਂ ਕੱਲ੍ਹ ਨੂੰ ਕਰਾਂਗੇ ਬੱਚੋ ਅਪਲੋਡ। ਸਤਿ ਸ਼੍ਰੀ ਅਕਾਲ ਫਿਰ ਸਾਰਿਆਂ ਨੂੰ, ਗੁੱਡ ਨਾਈਟ, ਸਵੀਟ ਡ੍ਰੀਮਸ, ਟੇਕ ਕੇਅਰ।